ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅੱਜ ਆਪਾਂ ਅਸ਼ਟਪਦੀ 15ਵੀਂ ਪਦ 7ਵਾਂ ਬਾਰੇ ਵਿਚਾਰ ਕਰਨ ਜਾ ਰਹੇ ਹਾਂ। ਸੱਚੇ ਪਾਤਸ਼ਾਹ ਦੀ ਅਪਾਰ ਕਿਰਪਾ ਦੇ ਨਾਲ, ਜਿਵੇਂ ਆਪਾਂ ਅਕਸਰ ਬੇਨਤੀ ਕਰਦੇ ਹਾਂ ਕਿ ਕੋਈ ਵੀ ਪ੍ਰਾਣੀ ਇਸ ਧਰਤੀ 'ਤੇ ਇੰਨਾ ਸਿਆਣਾ ਨਹੀਂ ਹੈ ਜਿਹੜਾ ਗੁਰੂ ਦੀਆਂ ਰਮਜ਼ਾਂ ਨੂੰ ਹੂਬਹੂ ਸਮਝ ਸਕੇ। ਜਿੰਨੀ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ, ਓਨਾ ਪ੍ਰਾਣੀ ਸਮਝਦਾ ਹੈ, ਓਨਾ ਵਿਚਾਰਦਾ ਹੈ, ਓਨਾ ਬੋਲਦਾ ਹੈ ਅਤੇ ਓਨਾ ਹੀ ਸੁਣਦਾ ਹੈ। ਗੁਰੂ ਦੀ ਮਿਹਰ ਨਾਲ ਹੀ, ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਹੀ ਪ੍ਰਾਣੀ ਕੁਝ ਕਰ ਸਕਦਾ ਹੈ। ਗੁਰੂ ਪਿਆਰਿਓ, ਇਸ ਅਸ਼ਟਪਦੀ ਦੇ ਵਿੱਚ ਵੀ ਸੱਚੇ ਪਾਤਸ਼ਾਹ ਦੀ ਮਹਿਮਾ, ਵਾਹਿਗੁਰੂ ਦੀ ਉਸਤਤ ਧੰਨ ਧੰਨ ਗੁਰੂ ਅਰਜਨ ਦੇਵ ਜੀ ਕਰ ਰਹੇ ਹਨ। ਸੱਚੇ ਪਾਤਸ਼ਾਹ ਨੇ ਸੁਖਮਣੀ ਸਾਹਿਬ ਦੇ ਵਿੱਚ ਭਗਤ ਜਨਾਂ ਦੀ, ਸਾਧ ਜਨਾਂ ਦੀ, ਮਹਾਂਪੁਰਸ਼ਾਂ ਦੀ, ਦਾਸਰਿਆਂ ਦੀ, ਸੇਵਕਾਂ ਦੀ ਬਹੁਤ ਹੀ ਸ਼ਲਾਘਾ ਕੀਤੀ ਹੈ। ਉਹਨਾਂ ਨੂੰ ਉੱਚੇ ਥਾਂ ਉੱਤੇ ਬਿਠਾਇਆ ਹੈ। ਨਿੰਦਕ, ਚੁਗਲਖੋਰ, ਹਰਾਮਖੋਰ, ਕੁੜਿਆਰ ਲੋਕ ਜਿਹੜੇ ਲੋਕਾਈ ਨਾਲ ਧੋਖਾ ਧੜੀਆਂ ਕਰਦੇ ਹਨ, ਉਹਨਾਂ ਦੀ ਢੁਕਵੀਂ ਥਾਂ ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਵਰਣਨ ਕੀਤੀ ਹੈ। ਉਹਨਾਂ ਦੀ ਜ਼ਿੰਦਗੀ ਇੱਕ ਮੁਰਦੇ ਦੇ ਸਮਾਨ ਹੈ, ਜਿਹੜੇ ਗੁਰੂ ਦੇ ਪਿਆਰਿਆਂ ਨੂੰ ਕੋਸਦੇ ਹਨ, ਉਹਨਾਂ ਦੇ ਉੱਤੇ ਹੈਂਕੜਬਾਜ਼ੀ ਕਰਦੇ ਹਨ, ਜਲੀਲ ਕਰਦੇ ਹਨ। ਗੁਰੂ ਪਿਆਰਿਓ, ਪ੍ਰਭੂ ਬੇਅੰਤ ਹੈ ਅਤੇ ਉਹਦੇ ਜਿਹੜੇ ਸੇਵਕ ਹੈ, ਉਹਨਾਂ ਦਾ ਅਤੇ ਪ੍ਰਮਾਤਮਾ ਦਾ ਕੋਈ ਭੇਦ ਨਹੀਂ ਹੈ। ਇੱਕੋ ਹੀ ਰੂਪ ਹੈ ਦੋਨਾਂ ਦਾ। ਸੱਚੇ ਪਾਤਸ਼ਾਹ ਸਾਨੂੰ ਮਿਹਰ ਕਰਕੇ ਸਮਝਾਉਂਦੇ ਹਨ, ਬਿਰਤਕ ਕੋ ਜਵਾਲਣਹਾਰ, ਬਿਰਤਕ ਕੋ ਜਵਾਲਣਹਾਰ, ਮਰੇ ਹੋਏ ਨੂੰ ਜਿਉਂਦਾ ਕਰਨ ਦੇ ਸਮਰੱਥ ਹੈ ਪ੍ਰੀਤਮ ਪਿਆਰਾ। ਪ੍ਰਭੂ ਮਰੇ ਹੋਏ ਨੂੰ, ਮੁਰਦੇ ਨੂੰ ਜੀਵਤ ਕਰ ਸਕਦਾ ਹੈ। ਗੁਰੂ ਪਿਆਰਿਓ, ਇਹ ਕਾਫੀ ਵੱਡਾ ਵਿਵਾਦ ਚੱਲਿਆ ਹੋਇਆ ਹੈ, ਜਿਹੜਾ ਥੰਮਣ ਦਾ ਨਾਂ ਨਹੀਂ ਲੈਂਦਾ। ਪੁਰਾਣੀਆਂ ਇਤਿਹਾਸਕ ਘਟਨਾਵਾਂ ਨੂੰ ਨਾਲ ਜੋੜ ਕੇ ਅਜੋਕੇ ਨਾਸਤਿਕ ਵਿਚਾਰਾਂ ਦੇ ਨਾਲ ਝੂਠੀਆਂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਹੁਤ ਸਾਰੀਆਂ ਘਟਨਾਵਾਂ ਬਹੁਤ ਹੀ ਜ਼ਰੂਰੀ ਹਨ, ਜਿਨ੍ਹਾਂ ਨਾਲ ਸਿੱਖ ਧਰਮ ਦੇ ਵਿੱਚ ਜਿਵੇਂ ਥੰਮ ਹਨ, ਥੰਮ, ਉਹ ਘਟਨਾਵਾਂ ਥੰਮ ਦੇ ਬਰਾਬਰ ਖੜੀਆਂ ਹਨ। ਪਰ ਹੈਰਾਨੀ ਦੀ ਗੱਲ ਇਹ ਹੈ, ਕਈਆਂ ਨੇ ਹਿੰਮਤ ਕਰਕੇ ਉਹਨਾਂ ਨੂੰ ਝੂਠੀਆਂ ਸਿੱਧ ਕਰਨ ਦਾ ਯਤਨ ਕੀਤਾ ਹੈ। ਧੰਨ ਧੰਨ ਗੁਰੂ ਅਰਜਨ ਦੇਵ ਜੀ ਲਿਖਤੀ ਰੂਪ ਦੇ ਵਿੱਚ ਸਾਨੂੰ ਸਮਝਾ ਰਹੇ ਹਨ, ਬਿਰਤਕ ਕੋ ਜਵਾਲਣਹਾਰ। ਫਿਰ ਸੱਚੇ ਪਾਤਸ਼ਾਹ ਹਮੇਸ਼ਾ ਹੀ ਕਿਰਪਾ ਕਰਦੇ ਹਨ ਕਿ ਪ੍ਰਭੂ ਅਤੇ ਉਹਦੇ ਪਿਆਰੇ ਦਾ ਕੋਈ ਫਰਕ ਨਹੀਂ ਹੈ।
ਹਰੀ ਤੇ ਜਨ ਦੋਨੇ ਇੱਕੋ ਹੀ ਹਨ। ਜੇ ਹਰੀ ਮ੍ਰਿਤਕ ਨੂੰ ਜਵਾਲਣਹਾਰ ਹੈ ਤਾਂ ਉਹਦਾ ਪਿਆਰਾ ਵੀ। ਇਹਦੇ ਬਾਰੇ ਕੋਈ ਸ਼ੱਕ ਵਾਲੀ ਗੱਲ ਨਹੀਂ ਰਹਿ ਜਾਂਦੀ। ਇਹ ਠੀਕ ਹੈ, ਨਾਟਕ ਚੇਟਕ ਜਾਦੂ ਕਰਾਮਾਤ ਦਾ ਸੱਚੇ ਪਾਤਸ਼ਾਹ ਨੇ ਵਿਰੋਧ ਕੀਤਾ ਹੈ। ਕਰਨਾ ਵੀ ਚਾਹੀਦਾ ਸੀ, ਕਿਉਂਕਿ ਪ੍ਰਭੂ ਦੇ ਨਾਲ ਸ਼ਰੀਕ ਬਣਨਾ, ਪ੍ਰਭੂ ਦੇ ਭਾਣੇ ਦੇ ਵਿੱਚ ਦਖਲ ਦੇਣਾ ਸਿੱਖ ਟੈਕਨੋਲੋਜੀ ਦੇ ਨਾਲ ਮੇਲ ਨਹੀਂ ਖਾਂਦਾ। ਪਰ ਪ੍ਰਭੂ ਦੀ ਵਡਿਆਈ, ਸ਼ਲਾਘਾ ਤੇ ਉਹਦਾ ਵੱਡਾਪਣ ਉੱਤੇ ਠੇਸ ਨਹੀਂ ਆਉਣੀ ਚਾਹੀਦੀ। ਨੋ ਡਾਊਟ ਜਿਹੜਾ ਇਨਸਾਨ ਨੂੰ ਜਨਮ ਦਿੰਦਾ ਹੈ, ਆਕਾਰ ਬਣਾਉਂਦਾ ਹੈ, ਉਹ ਇੱਕ ਲਾਸ਼ ਨੂੰ ਜੀਵਤ ਕਰ ਸਕਦਾ ਹੈ। ਕੋਈ ਵੱਡੀ ਗੱਲ ਨਹੀਂ ਹੈ। ਬਹੁਤ ਸਾਰੀਆਂ ਘਟਨਾਵਾਂ ਹਿਸਟਰੀ ਦੇ ਵਿੱਚ ਮਿਲਦੀਆਂ ਹਨ। ਬਾਬਾ ਟੱਲ ਜੀ ਦੀ ਬਹੁਤ ਸਾਰੀਆਂ ਘਟਨਾਵਾਂ ਨੇ ਨਾਮਦੇਵ ਨੂੰ ਗਾਂ ਦੇ ਨਾਲ ਜੋੜਿਆ ਗਿਆ ਹੈ। ਜਿੱਥੇ ਪ੍ਰਭੂ ਦਾ ਪਿਆਰਾ ਨਿੰਦਕਾਂ ਨੇ ਫਸਾ ਲਿਆ, ਉੱਥੇ ਪ੍ਰਭੂ ਨੇ ਇਸ ਤਰ੍ਹਾਂ ਦਾ ਕਰਤੱਵ ਜਾਂ ਆਪ ਕੀਤਾ ਜਾਂ ਕਰਵਾ ਲਿਆ। ਇਹ ਕੋਈ ਪ੍ਰਭੂ ਦੇ ਵੱਡੇ ਜਾਂ ਵੱਡੇਪਣ ਦੇ ਉੱਤੇ ਕੋਈ ਵੱਡੀ ਵਡਿਆਈ ਵਾਲੀ ਗੱਲ ਨਹੀਂ ਹੈ। ਉਹਦਾ ਸੁਭਾਅ ਹੈ ਪੈਦਾ ਕਰਨਾ, ਉਹਦਾ ਸੁਭਾਅ ਹੈ ਅਰੋਗ ਕਰਨਾ, ਵੱਡੀਆਂ ਵੱਡੀਆਂ ਬਿਮਾਰੀਆਂ ਤੋਂ ਛੁਟਕਾਰਾ ਦਿਵਾਉਣਾ। ਹਮੇਸ਼ਾ ਹੀ ਉਹ ਇਸ ਤਰ੍ਹਾਂ ਦੀਆਂ ਬਖਸ਼ਿਸ਼ਾਂ ਕਰਦਾ ਹੈ। ਮ੍ਰਿਤਕ ਕੋ ਜਵਾਲਣਹਾਰ, ਨੋ ਡਾਊਟ ਕਿ ਉਹ ਮੁਰਦੇ ਨੂੰ ਸਰਜੀਤ ਕਰ ਸਕਦਾ ਹੈ। ਭੂਖੇ ਕੋ ਦੇਵਤ ਆਧਾਰ, ਜਿਹੜਾ ਭੁੱਖਾ ਹੈ ਉਹਨੂੰ ਭੋਜਨ ਦਿੰਦਾ ਹੈ। ਜੇ ਪੱਥਰ ਦੇ ਵਿੱਚ ਕੀੜਾ ਹੈ, ਏਅਰ ਟਾਈਟ ਹੈ, ਪੱਥਰ ਹੈ, ਚਾਰੇ ਪਾਸਿਓਂ ਬੰਦ ਹੈ, ਵਿਚਕਾਰ ਕੀੜੇ ਨੂੰ ਖੁਰਾਕ ਮੁਹੱਈਆ ਪ੍ਰਭੂ ਆਪ ਕਰਦਾ ਹੈ। ਜਾਂ ਦੂਰ ਦਰਾਡੇ ਜਿੱਥੇ ਕੋਈ ਪੰਛੀ ਵਿਚਾਰੇ ਰਾਤ ਨੂੰ ਦਰਖਤ ਉੱਤੇ ਰਾਤ ਕੱਟਦੇ ਹਨ, ਉਹਨਾਂ ਭੁੱਖੜ ਭਾਣਿਆਂ ਨੂੰ ਜੀਣ ਦੇ ਲਈ ਖੁਰਾਕ ਦਿੰਦਾ ਹੈ, ਪੀਣ ਨੂੰ ਪਾਣੀ ਦਿੰਦਾ ਹੈ। ਜ਼ਿੰਮੇਵਾਰੀ ਹੈ, ਪ੍ਰੀਤਮ ਪਿਆਰੇ ਦੀ ਜ਼ਿੰਮੇਵਾਰੀ ਹੈ ਕਿ ਜਿਹਦੇ ਢਿੱਡ ਲਾਇਆ ਹੈ ਉਹਨੂੰ ਭਰਨਾ ਹੈ। ਸਰਬ ਨਿਧਾਨ ਜਾਂ ਕੀ ਦ੍ਰਿਸ਼ਟੀ ਮਾਹੇ, ਜਿੰਨੇ ਦੁਨੀਆ ਦੇ ਖਜ਼ਾਨੇ ਹਨ, ਜਿੰਨੇ ਦੁਨੀਆ ਦੇ ਟ੍ਰੇਜਰਸ ਹਨ, ਉਹ ਸਾਰੇ ਦੇ ਸਾਰੇ ਪ੍ਰਭੂ ਦੀ ਮਿਹਰ ਦੀ ਨਿਗਾਹ ਦੇ ਵਿੱਚ ਹਨ। ਜਾਂ ਇਸ ਤਰ੍ਹਾਂ ਕਹਿ ਲਿਆ ਜਾਵੇ ਕਿ ਪ੍ਰਭੂ ਦੁਨੀਆ ਦੀ ਸ੍ਰਿਸ਼ਟੀ ਦੀ ਮਾਇਆ ਦਾ ਮਾਲਕ ਹੈ। ਮਾਇਆ ਉਹਦੇ ਇਸ਼ਾਰੇ ਉੱਤੇ ਨੱਚਦੀ ਹੈ, ਟੱਪਦੀ ਹੈ। ਜੇ ਪ੍ਰਾਣੀ ਵਿੱਚ ਆ ਕੇ ਲੱਤ ਫਸਾਉਂਦਾ ਹੈ, ਸ਼ੇਖੀ ਮਾਰਦਾ ਹੈ ਕਿ ਮੈਂ ਕਮਾਇਆ ਹੈ, ਮੈਂ ਜੋੜਿਆ ਹੈ, ਇਹ ਮੇਰਾ ਹੈ, ਤਾਂ ਉਹ ਅਕਲਹੀਨ ਹੈ, ਕਿਉਂਕਿ ਉਹ ਆਪ ਵੀ ਆਪ ਦਾ ਨਹੀਂ ਹੈ।
ਪਰਮਾਤਮਾ ਦਾ ਹੀ ਹੈ। ਦੁਨੀਆ ਦੇ ਸਾਰੇ ਖਜ਼ਾਨਿਆਂ ਦਾ ਮਾਲਕ ਮੇਰਾ ਪ੍ਰੀਤਮ ਹਮੇਸ਼ਾ ਨਜ਼ਰ ਦੇ ਨਾਲ ਤੱਕ ਰਿਹਾ ਹੈ। ਕਿਹਨੂੰ ਮਿਲਦਾ ਕਿਹਨੂੰ ਨਹੀਂ ਮਿਲਦਾ, ਇਹ ਲੇਖਾਂ ਉੱਤੇ ਆਧਾਰਿਤ ਹੈ। ਜਿਹਦੇ ਪੂਰਬ ਦੇ ਲੇਖ ਚੰਗੇ ਲਿਖੇ ਹਨ ਉਹਨੂੰ ਪਦਾਰਥ ਖੁੱਲ੍ਹ ਕੇ ਮਿਲਦਾ ਹੈ। ਬੇਸ਼ੱਕ ਉਹ ਇਸ ਸਮੇਂ ਦੇ ਲੇਖਾਂ ਨੂੰ ਕੋਲੇ ਦੀ ਸ਼ਾਹੀ ਵਾਂਗੂ ਢੱਕ ਰਿਹਾ ਹੈ, ਆਪਣੇ ਲੇਖ ਆ ਜਿਹੜੇ ਪੁੱਠੇ ਲਿਖਵਾ ਰਿਹਾ ਹੈ, ਪਰ ਕਿਉਂਕਿ ਪੂਰਬਲੇ ਉਹਦੇ ਜਿਹੜੇ ਕਰਮ ਹੈ ਉਹ ਚੰਗੇ ਹੋਣ ਕਰਕੇ ਉਹਨੂੰ ਪੁਰਾਣਾ ਜਮ੍ਹਾਂ ਕੀਤਾ ਹੋਇਆ ਖਜ਼ਾਨਾ ਜਿਹੜਾ ਮਿਲ ਰਿਹਾ ਹੈ, ਵਾਸ਼ੀ ਮਿਲ ਰਿਹਾ ਹੈ। ਪੁਰਬ ਲਿਖੇ ਕਾ ਲਹਿਣਾ ਪਾਏ, ਇਨਸਾਨ ਜਿਹੜਾ ਉਹਨੇ ਪਹਿਲੇ ਜਨਮ ਦੇ ਵਿੱਚ ਜਮ੍ਹਾਂ ਕੀਤਾ ਹੋਇਆ ਚੰਗੇ ਕੰਮ ਕਰ ਕਰਕੇ ਉਹ ਅੱਜ ਕਢਾ ਰਿਹਾ ਹੈ, ਉਹਨੂੰ ਮਿਲ ਰਿਹਾ ਹੈ, ਪ੍ਰਾਪਤ ਹੋ ਰਿਹਾ ਹੈ। ਸਭ ਕਿਛ ਤਿਸ ਕਾ ਉਹ ਕਰਦਾ ਜੋਗ, ਸਾਰਾ ਕੁਛ ਹੀ ਉਹਨੂੰ ਬਿਲੋਂਗ ਕਰਦਾ ਹੈ। ਸਰਬ ਸ਼ਕਤੀਮਾਨ ਮਾਲਕ ਹੈ ਸਾਰੇ ਕਾਸੇ ਦਾ, ਉਹਦੇ ਨਾਲ ਸੰਬੰਧਿਤ ਹੈ ਕਿਉਂਕਿ ਉਹਨੇ ਕਰਕੇ ਦਿਖਾ ਦਿੱਤਾ। ਗੁਰੂ ਪਿਆਰਿਓ, ਧਰਤੀ ਨੂੰ ਹਵਾ ਦੇ ਵਿੱਚ ਟਿਕਾ ਦੇਣਾ ਤੇ ਉਹਦੇ ਉੱਤੇ ਪਾਣੀ ਉਤਪੰਨ ਕਰ ਦੇਣਾ, ਦੂਰ ਇੱਕ ਸੂਰਜ ਦਾ ਦੀਵਾ ਜਾਲ ਦੇਣਾ, ਅਨਰਜੀ ਦੇ ਲਈ ਕਰੋੜਾਂ ਮੀਲ ਦੂਰ, ਇਹ ਕਿੱਡਾ ਵੱਡਾ ਅਚੰਭਾ ਹੈ। ਇੱਕ ਲਾਸ਼ ਦੇ ਵਿੱਚ ਜਾਨ ਪਾਉਣ ਨਾਲੋਂ ਕਿੱਡਾ ਵੱਡਾ ਕਰਤੱਵਿਆ ਹੈ ਪ੍ਰਭੂ ਦਾ। ਤਾਰੇ ਘੁੰਮਦੇ ਫਿਰ ਰਹੇ ਹਨ, ਇੱਕ ਦੂਜੇ ਦੇ ਵਿੱਚ ਟਕਰਾਉਂਦੇ ਨਹੀਂ। ਜੇ ਉਹਨਾਂ ਦੇ ਵਿੱਚੋਂ ਇੱਕ ਵੀ ਧਰਤੀ ਉੱਤੇ ਆ ਜਾਵੇ ਤਾਂ ਪਰਲਿਓ ਮੱਚ ਜਾਵੇ। ਹਰ ਕਿਸੇ ਨੂੰ ਆਪਣੇ ਆਪਣੇ ਰਾਹ ਵਿੱਚ ਪਾਇਆ ਹੋਇਆ ਹੈ। ਅਜੀਬ ਬਾਤ ਹੈ ਕਿ ਹਰ ਕੋਈ ਇੱਕ ਦੂਜੇ ਨੂੰ ਖਿੱਚ ਰਿਹਾ ਹੈ। ਖਿੱਚਦੇ ਹੋਏ ਵੀ ਇੱਕ ਦੂਜੇ 'ਚ ਟਕਰਾਉਂਦੇ ਨਹੀਂ, ਆਪਣੇ ਆਪਣੇ ਰਸਤਿਆਂ 'ਤੇ ਜਾ ਰਹੇ ਹਨ। ਅਜੀਬ ਬਾਤ ਹੈ ਕਿ ਕਿਸੇ ਪਲੈਨਟ ਦੇ ਉੱਤੇ ਕੋਈ ਕੈਮਰਾ ਫਿੱਟ ਨਹੀਂ ਕੀਤਾ ਗਿਆ। ਅੱਖਾਂ ਤੋਂ ਬਿਨਾਂ, ਨਜ਼ਰ ਤੋਂ ਬਿਨਾਂ ਆਪਣੇ ਆਪਣੇ ਪੰਧ 'ਤੇ ਜਾ ਰਹੇ ਹਨ। ਕੋਈ ਉਹਨਾਂ ਦੇ ਵਿੱਚ ਬਾਲਣ ਨਹੀਂ ਪਾਉਂਦਾ, ਉਹਨਾਂ ਨੂੰ ਚਲਾਉਣ ਦੇ ਲਈ ਗੈਸ ਨਹੀਂ ਪੈਂਦੀ। ਅਸੀਂ ਛੋਟੇ ਜਿਹੇ ਜਹਾਜ਼ ਨੂੰ ਚਲਾਉਣ ਦੇ ਲਈ ਕੀਮਤੀ ਤੇਲ ਪਾਉਂਦੇ ਹਾਂ ਤਾਂ ਉਹ ਚੱਲਦਾ ਹੈ। ਉਹਦੀ ਬਣਾਈ ਹੋਈ ਧਰਤੀ ਬਿਨਾਂ ਕਿਸੇ ਫਿਊਲ ਤੋਂ ਸੂਰਜ ਦੇ ਦੁਆਲੇ ਘੁੰਮਦੀ ਹੈ, ਉੜਦੀ ਫਿਰਦੀ ਹੈ, ਲੋਟ ਪੋਟੜੀਆਂ ਖਾਂਦੀ ਹੈ ਬਿਨਾਂ ਕਿਸੇ ਐਨਰਜੀ ਤੋਂ। ਸਿਰਫ ਤੇ ਸਿਰਫ ਖਿੱਚ ਨਾਲ, ਗੁਰੂਤਾ ਖਿੱਚ ਦੇ ਨਾਲ। ਇਹ ਉਹਦਾ ਇੱਕ ਕਰਨਾ ਹੀ ਹੈ ਕਿਉਂਕਿ ਉਹ ਕਰਦੇ ਯੋਗ ਹੈ। ਤਿਸ ਬਿਨ ਦੂਸਰ ਹੋਆ ਨਾ ਹੋਗ। ਸੱਚੇ ਪਾਤਸ਼ਾਹ ਗਰੰਟੀ ਕਰਦੇ ਹਨ ਕਿ ਇੱਕ ਹੀ ਹੈ, ਇੱਕ ਓਂਕਾਰ ਹੈ, ਸਤਿਨਾਮ ਹੈ, ਕਰਤਾ ਹੈ, ਪੁਰਖ ਹੈ, ਨਿਰਭਉ ਹੈ, ਨਿਰਵੈਰ ਹੈ, ਅਕਾਲ ਮੂਰਤ ਹੈ,
ਅਜੂਨੀ ਸਹਿ ਭੰਗ ਹੈ, ਪਰ ਉਹ ਮਿਹਰ ਦਾ ਦਾਤਾ, ਗੁਰ ਪ੍ਰਸਾਦ ਜਪ, ਉਹਦੀ ਕਿਰਪਾ ਦੇ ਨਾਲ ਹੀ ਉਹਨੂੰ ਜਾਣਿਆ ਜਾ ਸਕਦਾ ਹੈ। ਉਹਦੀ ਕਿਰਪਾ ਦੇ ਨਾਲ ਹੀ ਉਹਦਾ ਨਾਂ ਜਪਿਆ ਜਾ ਸਕਦਾ ਹੈ। ਦੁਨੀਆ ਦੇ ਦਸਤੂਰਾਂ ਤੋਂ ਰਹਿਤ ਇੱਥੇ ਜੇ ਕੋਈ ਇੱਕ ਨਾਲ ਨਾਰਾਜ਼ ਹੋ ਜਾਂਦਾ ਹੈ ਤਾਂ ਉਹਨੂੰ ਚੜਾਉਣ ਦੇ ਲਈ, ਉਹਦੇ ਵਿੱਚ ਈਰਖਾ ਪੈਦਾ ਕਰਨ ਦੇ ਲਈ ਦੂਸਰੇ ਸ਼ਰੀਕ ਦੇ ਕੋਲ ਚਲਾ ਜਾਂਦਾ ਹੈ। ਇਹ ਥਾਂ ਥਾਂ ਦੇ ਉੱਤੇ ਹੋ ਰਿਹਾ ਹੈ। ਇੱਕ ਨਹੀਂ ਤਾਂ ਦੂਜਾ ਸਹੀ, ਪਰ ਪ੍ਰਭੂ ਦਾ ਦੂਸਰਾ ਕੋਈ ਹੈ ਹੀ ਨਹੀਂ। ਨੋ ਕੰਪੀਟੀਸ਼ਨ, ਬਰਾਬਰ ਦੀ ਤਾਕਤ ਵਾਲਾ ਕੋਈ ਵੀ ਨਹੀਂ। ਹੋਰ ਜਿਨ੍ਹਾਂ ਦੇ ਵਿੱਚ ਕੋਈ ਸ਼ਕਤੀ ਹੈ, ਕੋਈ ਤਾਕਤ ਹੈ, ਉਹ ਸਾਰੀਆਂ ਦੀਆਂ ਸਾਰੀਆਂ ਪ੍ਰਭੂ ਦੀਆਂ ਹੀ ਹਨ। ਤਿਸ ਬਿਨ ਦੂਸਰ ਹੋਆ ਨਾ ਹੋਗ, ਨਾ ਅੱਜ ਤੱਕ ਹੋਇਆ ਤੇ ਨਾਲ ਹੀ ਗਰੰਟੀ ਹੈ ਕਿ ਨਾ ਕੱਲ੍ਹ ਨੂੰ ਹੋਵੇਗਾ। ਜਪ ਜਨ ਸਦਾ ਸਦਾ ਦਿਨ ਰੈਣੀ, ਉਹ ਗੁਰੂ ਦੇ ਸੇਵਕਾ, ਗੁਰੂ ਦੇ ਪਿਆਰਿਆ, ਗੁਰੂ ਦੇ ਦਾਸਾ, ਉਹਨੂੰ ਸਭ ਸਿਮਰ ਲੈ 24 ਘੰਟੇ, ਦਿਨ ਤੇ ਰਾਤ, ਇੱਕ ਇੱਕ ਸਵਾਸ ਦੇ ਨਾਲ। ਜਪ ਜਨ ਸਦਾ ਸਦਾ ਦਿਨ ਰਹਿਣੀ, ਉਹਦੀ ਆਰਾਧਨਾ ਕਰੀ ਚੱਲ, ਉਹਦੀ ਸਾਧਨਾ ਪਿਆਰੇ ਕਰੀ ਚੱਲ, ਫਿਰ ਗੁਰ ਪ੍ਰਸਾਦ ਨਾਲ ਤੈਨੂੰ ਉਹ ਪ੍ਰਾਪਤ ਹੋ ਜਾਵੇਗਾ। ਤੇਰਾ ਸਾਰਾ ਕੁਝ ਬਦਲ ਦੇਵੇਗਾ ਛਿੰਨਾਂ ਦੇ ਵਿੱਚ ਹੀ, ਤੈਨੂੰ ਵੀ ਬਦਲ ਦੇਵੇਗਾ। ਸਭ ਤੇ ਉੱਚਾ ਨਿਰਮਲ ਏਕ ਕਰਦੀ, ਸਭ ਤੋਂ ਵੱਡੀ ਜਿਹੜੀ ਉਹਨੇ ਕਿਰਿਆ ਕੀਤੀ ਹੈ, ਦੁਨੀਆ ਬਣਾਉਣ ਵਾਲੀ, ਜੀਵਨ ਚਲਾਉਣ ਵਾਲੀ, ਦੁਨੀਆ ਦੇ ਆਉਣ ਜਾਣ ਦਾ ਖੇਲ, ਫਿਰ ਇੱਕ ਦੂਸਰੇ ਨਾਲ ਖਿੱਚਦਾ ਮੇਲ। ਧਰਤੀ, ਸੂਰਜ, ਚੰਦਰਮਾ, ਤਾਰੇ, ਇਨਸਾਨ, ਪਸ਼ੂ, ਪੰਛੀ, ਇਨਸੈਕਟ, ਬੂਟੇ, ਸਾਰੇ ਦੇ ਸਾਰੇ ਆਪਣੇ ਇੱਕ ਦੂਸਰੇ ਨੂੰ ਖਿੱਚਣ ਲੱਗੇ ਹੋਏ ਹਨ। ਕੋਈ ਪਿਆਰ ਨਾਲ ਖਿੱਚ ਰਿਹਾ ਹੈ, ਕੋਈ ਕਿਰਿਆ ਅਸੂਲਾਂ ਦੇ ਮੁਤਾਬਕ ਖਿੱਚ ਰਿਹਾ ਹੈ, ਪਰ ਖਿੱਚ 24 ਘੰਟੇ ਚੱਲ ਰਹੀ ਹੈ। ਇਹਦਾ ਜ਼ਿੰਮੇਵਾਰ, ਇਸ ਖਿੱਚ ਨੂੰ ਪੈਦਾ ਕਰਨ ਵਾਲਾ ਸਾਰਿਆਂ ਤੋਂ ਉੱਚਾ ਹੈ। ਸਭ ਤੇ ਉੱਚ ਨਿਰਮਲ ਇਹ ਕਰਦੀ, ਉਹਦਾ ਇਹ ਕੰਮ ਹੈ ਜਿਹੜਾ ਉਹਨੇ ਕੀਤਾ, ਉਹ ਦੁਨੀਆ ਨਾਲੋਂ ਨਵੇਕਲਾ ਹੈ ਤੇ ਉੱਚਾ ਹੈ। ਕਰ ਕਿਰਪਾ ਜਿਸ ਕੋ ਨਾਮ ਦੀਆ, ਨਾਨਕ ਸੋ ਜਨ ਨਿਰਮਲ ਥੀਆ। ਗੁਰੂ ਪਿਆਰਿਓ, ਪਰਮਾਤਮਾ ਸੰਘਰਸ਼ ਨਾਲ ਨਹੀਂ ਮਿਲਦਾ, ਪਰਮਾਤਮਾ ਸ਼ੇਖੀ ਨਾਲ ਵੀ ਨਹੀਂ ਮਿਲਦਾ, ਪਰਮਾਤਮਾ ਚੁੱਪ ਨਾਲ ਵੀ ਨਹੀਂ ਮਿਲਦਾ ਤੇ ਬਹੁਤਾ ਬੋਲ ਕੇ ਵੀ ਨਹੀਂ ਮਿਲਦਾ। ਪਰਮਾਤਮਾ ਆਕੜ ਨਾਲ ਮਿਲਦਾ ਹੀ ਨਹੀਂ। ਭੋਲੇ ਭਾ ਰਗਨਊਆ ਜਿਹੜਾ ਮਿਲਦਾ, ਡੁੱਲ ਪੈਂਦਾ ਸਾਦੇ ਸੁਭਾਅ ਦੇ ਉੱਤੇ। ਚਤੁਰਾਈ ਤੋਂ ਰਹਿਤ, ਚਲਾਕੀ ਤੋਂ ਬਿਨਾਂ,
ਉਹ ਪਹਿਲਾਂ ਤਾਂ ਆਪਣੇ ਪ੍ਰਾਣੀ ਦੇ ਵਿੱਚੋਂ ਚਲਾਕੀ ਕੱਢਦਾ, ਉਹਨੂੰ ਪਿਓਰ ਬਣਾਉਣ ਦੀ ਕੋਸ਼ਿਸ਼ ਕਰਦਾ। ਉਹ ਵੀ ਉਹਦੇ ਵਰਗੇ ਪਿਆਰੇ ਲੱਭ ਕੇ ਉਹਨਾਂ ਦਾ ਸੰਗ ਦੇ ਦਿੰਦਾ ਕਿ ਹੁਣ ਤੂੰ ਇਹਨਾਂ ਦਾ ਸੰਗ ਕਰ ਲਿਆ ਕਰ, ਬਾਕੀ ਦਾ ਇਹਨਾਂ ਨੂੰ ਸਾਰਾ ਤਰੀਕਾ ਪਤਾ ਹੈ। ਗੁਰੂ ਪਿਆਰਿਓ, ਇਸ ਪਦ ਦੇ ਵਿੱਚ ਸੱਚੇ ਪਾਤਸ਼ਾਹ ਨੇ ਜਿਹੜਾ ਪਹਿਲਾਂ ਸ਼ੁਰੂਆਤ ਕੀਤੀ ਹੈ, ਬਿਰਤਕ ਕੋ ਜਵਾਲਣਹਾਰ, ਸੱਚੇ ਪਾਤਸ਼ਾਹ ਨੇ ਬਾਣੀ ਦੇ ਵਿੱਚ ਬਹੁਤ ਥਾਂ ਉੱਤੇ ਭਗਤ ਤੇ ਪਰਮਾਤਮਾ ਨੂੰ ਇੱਕੋ ਦੱਸਿਆ ਹੈ। ਆਪਾਂ ਦੋ ਗੱਲਾਂ ਕਰਦੀਆਂ ਹਨ। ਇੱਕ ਤਾਂ ਵਿਸਾਖੀ ਦੇ 13 ਅਪ੍ਰੈਲ 1699, ਅੱਜ ਕੱਲ੍ਹ ਭਾਵਨਾ ਰਹਿਤ ਕੁਝ ਪ੍ਰਚਾਰਕ ਇਹ ਇਸ਼ਾਰੇ ਕਰ ਦਿੰਦੇ ਹਨ ਕਿ 10 ਪਿਤਾ ਕਲਗੀ ਵਾਲੇ ਪਾਤਸ਼ਾਹ ਨੇ, ਸਮਰੱਥ ਸੁਆਮੀ ਨੇ, ਇਹ ਜਿਹੜੇ 5 ਪਿਆਰਿਆਂ ਨੂੰ ਮੁੜ ਕੇ ਸਰਜੀਤ ਕੀਤਾ ਹੈ, ਉਹਨਾਂ ਦੇ ਗਲ ਧੜ ਨਾਲੋਂ ਵੱਖਰੇ ਕਰਕੇ ਦੁਬਾਰਾ ਜੋੜੇ ਹਨ। ਇਹਨੂੰ ਸ਼ੱਕ ਦੇ ਘੇਰੇ ਦੇ ਵਿੱਚ ਪਾਉਂਦੇ ਹਨ, ਮਨਮੁਖਤਾ ਦੇ ਪਿੱਛੇ ਲੱਗ ਕੇ ਗੁਰੂ ਦੇ ਉੱਤੇ ਸ਼ੰਕਾ ਕਰਦੇ ਹਨ। ਗੁਰੂ ਪਿਆਰਿਓ, ਜੀ ਨੇ ਸ਼ੰਕਾ ਹੀ ਕਰ ਲਿਆ, ਉਹ ਕੱਚਾ ਪਿੱਲਾ ਪਹਿਲਾਂ ਹੀ ਹੋਇਆ ਹੈ। ਕੀ ਦਲੀਲਾਂ ਦੇਵੇਗਾ? ਗੁਰੂ ਕੋਈ ਨਾਟਕ ਕਰਨ ਨਹੀਂ ਸੀ ਆਇਆ। ਗੁਰੂ ਨਾਟਕ ਚੇਟਕ ਨੂੰ ਕਦੇ ਵੀ ਪਸੰਦ ਨਹੀਂ ਕਰਦਾ। ਜਿਹੜਾ ਡਾਕਟਰਾਂ ਦਾ ਡਾਕਟਰ ਗੁਰੂ ਆਪ ਹੈ, ਉਹਦੇ ਲਈ ਮੁਰਦੇ ਦੇ ਵਿੱਚ ਜਾਨ ਪਾਉਣੀ ਕੋਈ ਕਠਿਨ ਨਹੀਂ ਹੈ। 5 ਪਿਆਰਿਆਂ ਦਾ ਸਿਰ ਧੜ ਨਾਲੋਂ ਵੱਖਰਾ ਹੋਇਆ, ਫਿਰ ਕਲਗੀਆਂ ਵਾਲੇ ਪਿਤਾ ਨੇ ਉਹ ਦੁਬਾਰਾ ਜੋੜਿਆ। ਇਹਦੇ ਬਾਰੇ ਕੋਈ ਸ਼ੱਕ ਦੀ ਗੁੰਜਾਇਸ਼ ਕਿਸੇ ਨੂੰ ਵੀ ਨਹੀਂ ਰਹਿਣੀ ਚਾਹੀਦੀ। ਇਹ ਅਸਲੀਅਤ ਹੈ, ਇਹ ਕੋਈ ਕਰਾਮਾਤ ਵਾਲੀ ਗੱਲ ਨਹੀਂ ਹੈ। ਨਾ ਹੀ ਇਹਨੂੰ ਕਰਾਮਾਤ ਨਾਲ ਜੋੜਨਾ ਚਾਹੀਦਾ ਹੈ। ਪ੍ਰੀਤਮ ਪਿਆਰਾ ਜੋ ਕੁਝ ਵੀ ਚਾਹੁੰਦਾ ਹੈ ਉਹ ਕਰਦਾ ਹੈ, ਉਹ ਡੂਅਰ ਹੈ। ਜੋ ਕੁਝ ਉਹਨੇ ਆਪਣੇ ਪਿਆਰਿਆਂ ਤੋਂ ਕਰਵਾਉਣਾ ਹੈ ਉਹ ਨਿਸ਼ੰਗ ਕਰਵਾ ਦਿੰਦਾ ਹੈ। 5 ਸਾਹਿਬ ਉੱਤੇ 5 ਪ੍ਰੀਤਮ ਪਿਆਰੇ ਨੇ ਲਗਾਇਆ, ਬਲੀ ਕਧਾਰੀ ਦਾ ਹੰਕਾਰ ਦੂਰ ਕਰਨ ਦੇ ਲਈ, ਹੰਕਾਰੀਆਂ ਨਿੰਦਕਾਂ ਨੂੰ ਪਿੱਠ ਦੇਣ ਦੇ ਲਈ ਕਿ ਤੂੰ ਆਪਣੇ ਹੰਕਾਰ ਦੇ ਨਾਲ ਗਰੀਬਾਂ ਦਾ ਪਾਣੀ ਹੜੱਪ ਨਹੀਂ ਕਰ ਸਕਦਾ। ਜਵਾਬ ਦੇਣਾ ਪੈਣਾ ਹੈ ਤੈਨੂੰ। ਤੂੰ ਇਹ ਮੇਰੇ ਉੱਤੇ ਵੱਡਾ ਪੱਥਰ ਸੁੱਟਦਾ ਹੈ, ਤੇਰੇ ਹੰਕਾਰ ਦੇ ਨਾਲ ਭਗਤ ਦਾ ਬਾਲ ਵੀ ਵਿੰਗਾ ਨਹੀਂ ਹੋ ਸਕਦਾ। ਗੁਰੂ ਪਿਆਰਿਓ, ਗੁਰੂ ਦੇ ਕੀਤੇ ਉੱਤੇ ਸ਼ੰਕਾ ਖੜਾ ਕਰਨਾ ਸਿੱਖੀ ਨਹੀਂ ਹੈ, ਸ਼ਰਧਾ ਭਾਵਨਾ ਤੋਂ ਦੂਰ ਦੀ ਗੱਲ ਹੈ। ਧੰਨ ਧੰਨ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ, ਪੂਰਨ ਸਮਰੱਥ, 2 ਜਹਾਨਾਂ ਦੇ ਜਾਣਕਾਰ, 2 ਜਹਾਨਾਂ ਦੇ ਬਾਲੀ, ਕੁਝ ਵੀ ਕਰਨ ਦੇ ਲਈ ਸਮਰੱਥ ਹਨ। ਗੁਰੂ ਪਿਆਰਿਓ, ਇੱਕ ਵਾਰ ਆਪਾਂ ਅੰਗਰੇਜ਼ੀ ਦੇ ਵਿੱਚ ਇਸੇ ਪਦ ਨੂੰ ਵਿਚਾਰੀਏ, ਮਿਰਤਕ ਕੋ ਜਵਾਲਣਹਾਰ, God is the reanimator of the dead,
God can put the life back to the dead body. Pukhe ko devat adhar. He gives the food to the hungry, or he can make the hungry feel full. It is in his hand. Sarv Nidhan Janki Drishti Mein. He is the controller of all the wealth. All the treasures of the universe are in the hands of God. Gracious God, have a glance on the treasures of the Maya all the time. पूर्व लेखे का लहड़ा पाए. Human is given in this life based on the previous karma. He is cashing the check which he deposited in his account in previous life. He did a great job. He did good for the people in the previous lives. Sab kish tis ka o karne jog. Everything belonged to him, and he is the doer, and he is omnipotent. He is qualified. Nothing is under control for him. Everything he can control. Always. Everything. Sab kish. Tis bin dusar hoa na hog. Nobody. No competition. Never and well. Neither there has been, nor there shall be any. Only him. Nobody can be equal to him. Jap jan sada sada din ready. Ever and ever, O man, O human being, meditate on him day and night, every breath, 24 hours. Remember Almighty Lord. Sab te ooch nirmal ek kardi. The most important, the most immaculate is the way, is this way of living. How he put everything together. How he control everything. कर कृपा जिसको नाम दिया. He give the blessing. He gave his grace to those God lovers. With his happiness, he adopted them and also gave the power to recite, to do the recitation for him, meditation for him. All those, the one he gave the grace to them, all of them became humble, became kind, noble, and patient. They are all got the nectar of the name with his grace. Guru Pyareo, ਵਿਚਾਰ ਕਰਨਾ ਜ਼ਰੂਰੀ ਹੈ। ਜੇ ਅਗਿਆਨਤਾ ਦੇ ਨਾਲ, ਇੱਕ ਤਾਂ ਉਹ ਇਨਸਾਨ ਹਨ ਜਿਹੜੇ ਪੜ੍ਹ ਨਹੀਂ ਸਕੇ, ਇਹ ਵੱਖਰੀ ਗੱਲ ਹੈ, ਉਹਨਾਂ ਦਾ ਇਹਦੇ ਵਿੱਚ ਕੋਈ ਕਸੂਰ ਨਹੀਂ ਹੈ। ਉਹਨਾਂ ਨੂੰ ਪ੍ਰਭੂ ਆਪਣੇ ਤਰੀਕੇ ਦੇ ਨਾਲ ਸਮਝਾਉਂਦਾ ਹੈ
ਕਿਸੇ ਤੋਂ ਸੁਣ ਸਕਦੇ ਹਨ, ਸਮਝ ਸਕਦੇ ਹਨ। ਅਕਾਲ ਦੀ ਕਿਰਪਾ ਦੇ ਨਾਲ ਬਹੁਤ ਗਿਆਨ ਇਕੱਠਾ ਕਰ ਸਕਦੇ ਹਨ। ਉਸ ਦਾਤੇ ਦੀ ਮਿਹਰ ਦੇ ਨਾਲ ਦੂਸਰੇ ਵਿਚਾਰ ਪੜ੍ਹਨੇ ਵਾਲੇ, ਲਿਖਣੇ ਵਾਲੇ ਬੇਅੰਤ ਹਨ, ਪਰ ਅਗਿਆਨਤਾ ਦੇ ਨਾਲ ਪੂਜਾ ਕਰਨੀ, ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਵਿਚਾਰ ਕਰਨਾ ਬਹੁਤ ਹੀ ਅੰਤਰ ਹੈ। ਕੁਰੂਕਸ਼ੇਤਰ ਦੇ ਵਿੱਚ ਜਦੋਂ ਆਪਣੇ ਪਰਮਾਤਮਾ ਨੂੰ ਖੁਸ਼ ਕਰਨ ਦੇ ਲਈ ਪਾਣੀ ਉੱਤੇ ਮਾਰਿਆ ਜਾ ਰਿਹਾ ਸੀ, ਦੈਟ ਵਾਜ਼ ਇਗਨੋਰੈਂਸੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਵਿਗਿਆਨਕ ਤਰੀਕੇ ਦੇ ਨਾਲ ਉਹਨਾਂ ਨੂੰ ਸਮਝਾਇਆ ਬਈ ਭਾਈ ਤੁਹਾਡਾ ਪਾਣੀ ਐਡੀ ਦੂਰ ਕਿੱਥੇ ਚਲੇ ਜਾਵੇਗਾ, ਨਾਲੇ ਉਸ ਪਰਮਾਤਮਾ ਦੇ ਕੋਲ ਕੀ ਘਾਟਾ ਹੈ ਜਿਹੜਾ ਬੱਜਰਾਂ ਦੇ ਵਿੱਚ ਬਦਲੀ ਪੈਦਾ ਕਰਕੇ ਮੀਂਹ ਪਾ ਸਕਦਾ ਹੈ, ਰੇਤੇ ਦੇ ਟਿੱਬਿਆਂ ਨੂੰ ਹੜ੍ਹ ਦੇ ਵਿੱਚ ਰੋੜ ਸਕਦਾ ਹੈ। ਤੁਸੀਂ ਪਿੱਤਰਾਂ ਦਾ ਭੋਲਿਓ ਕਿਉਂ ਫਿਕਰ ਕਰਦੇ ਹੋ? ਜਿੱਥੇ ਪਿੱਤਰ ਹੋਣਗੇ ਉਹ ਨਾ ਪਹਿਲਾਂ ਤੁਹਾਡੇ ਸੀ ਅਤੇ ਨਾ ਬਾਅਦ 'ਚ ਤੁਹਾਡੇ ਆ। ਕੀ ਹੋਇਆ ਇਸ ਜ਼ਿੰਦਗੀ 'ਚ ਜੇ ਉਹਨਾਂ ਨੇ ਤੁਹਾਡਾ ਸਾਥ ਦੇ ਦਿੱਤਾ? ਤੁਹਾਡਾ ਤਾਂ ਪਰਮਾਤਮਾ ਪਹਿਲਾਂ ਸੀ ਅਤੇ ਪਰਮਾਤਮਾ ਹੁਣ ਹੈ। ਤੁਸੀਂ ਉਹਨਾਂ ਨੂੰ ਪਾਣੀ ਕਿੱਥੋਂ ਪਹੁੰਚਾ ਦੇਵੋਗੇ? ਇਹ ਸਾਡੇ ਪਹਿਲੇ ਪਾਤਸ਼ਾਹ ਨੇ ਚੰਗੀ ਤਰ੍ਹਾਂ ਸਾਨੂੰ ਸਮਝਾਇਆ ਹੈ ਕਿ ਵਿਚਾਰ ਦਲੀਲ ਨਾਲ ਹੀ ਪਰਮਾਤਮਾ ਨੂੰ ਸਿਮਰਨਾ ਚਾਹੀਦਾ ਹੈ। ਜੇ ਕੋਈ ਉਹਦੇ ਵੱਡੇਪਣ, ਉਹਦੇ ਵਿਰਾਟ ਰੂਪ, ਉਹਦੀ ਸ਼ਕਤੀ ਬਾਰੇ ਕੋਈ ਸ਼ੰਕਾ ਕਰਦਾ ਹੈ, ਉਹ ਚੰਗੀ ਤਰ੍ਹਾਂ ਸਮਝ ਲਵੇ ਕਿ ਹੀ ਕੈਨ ਮੇਕ ਦਾ ਡੈਡ ਬੋਡੀ ਲਿਵਿੰਗ, ਮਰੇ ਹੋਏ ਨੂੰ ਜਵਾ ਸਕਦਾ ਹੈ। ਬਿਲਕੁਲ ਭੁੱਖ ਕੰਨੀਓ ਕੋਈ ਮਰ ਰਿਹਾ ਹੈ, ਉਹਨੂੰ ਮਰਦੇ ਨੂੰ ਬਚਾ ਸਕਦਾ ਹੈ, ਉਹਦੇ ਅੰਦਰ ਰੱਜ ਭਰ ਸਕਦਾ ਹੈ, ਜਾਂ ਉਹਨੂੰ ਪ੍ਰੈਕਟੀਕਲ ਤੌਰ 'ਤੇ ਫੂਡ ਦੇ ਸਕਦਾ ਹੈ। ਦੋਨੇ ਹੀ ਤਰੀਕਿਆਂ ਨਾਲ ਉਹ ਸਮਰੱਥ ਹੈ। ਸਾਰੀ ਦ੍ਰਿਸ਼ਟੀ ਉੱਤੇ ਇੱਕੋ ਹੀ ਨਜ਼ਰ ਰੱਖ ਰਿਹਾ ਹੈ ਬਿਨਾਂ ਅੱਖਾਂ ਤੋਂ। ਬੇਸ਼ੱਕ ਉਹਨੇ ਜਿਲੀਅਨ ਬਿਲੀਅਨ ਟ੍ਰਿਲੀਅਨ ਅੱਖਾਂ ਬਣਾਈਆਂ ਨੇ, ਪਰ ਆਪ ਦੇ ਉਹਦੇ ਅੱਖਾਂ ਨਹੀਂ, ਬਿਨਾਂ ਅੱਖਾਂ ਤੋਂ ਦੇਖਦਾ ਹੈ। ਉਹਨੂੰ ਅੱਖਾਂ ਦੀ ਲੋੜ ਹੀ ਨਹੀਂ ਪੈਂਦੀ, ਉਹ ਕੰਨਾਂ ਤੋਂ ਬਿਨਾਂ ਸੁਣਦਾ ਹੈ, ਕੰਨਾਂ ਦੀ ਲੋੜ ਹੀ ਨਹੀਂ ਪੈਂਦੀ। ਅਤੇ ਜਿਹੜੀ ਉਹਦੀ ਨਜ਼ਰ ਹੈ ਉਹ ਇੱਕੋ ਸਮੇਂ ਸਾਰੇ ਕੁਝ ਨੂੰ ਦੇਖ ਰਹੀ ਹੈ, ਸਾਰੇ ਕੁਝ ਨੂੰ ਤੱਕ ਰਹੀ ਹੈ। ਪ੍ਰਾਣੀ ਤੂੰ ਆਪਣੀ ਸ਼ੇਖੀ ਮਾਰ ਕੇ ਇਹ ਕਹਿੰਦਾ ਹੈ ਕਿ ਮੈਂ ਆਹ ਪਾ ਲਿਆ, ਮੈਂ ਆਹ ਬਣਾ ਲਿਆ। ਧੰਨ ਧੰਨ ਗੁਰੂ ਅਰਜਨ ਦੇਵ ਜੀ ਤੈਨੂੰ ਸਮਝਾਉਂਦੇ ਹਨ ਕਿ ਜਿਹੜਾ ਕੁਝ ਵੀ ਤੇਰੇ ਕੋਲ ਹੈ, ਜਿਹਦਾ ਤੂੰ ਕ੍ਰੈਡਿਟ ਲੈ ਰਿਹਾ, ਉਹ ਤੈਨੂੰ ਬਿਲੋਂਗ ਨਹੀਂ ਕਰਦਾ। ਪੂਰਬਲੇ ਜਨਮਾਂ ਦਾ ਕੀਤਾ ਹੋਇਆ ਪੁੰਨ ਤੇਰੇ ਇਸ ਜਨਮ 'ਚ ਕੰਮ ਆ ਰਿਹਾ, ਵਿਚਾਰਿਆ। ਸਾਰਾ ਕੁਝ ਦਾ ਮਾਲਕ ਉਹ ਆਪ ਸੁਆਮੀ ਹੈ। ਉਹ ਮਿਹਰ ਦੀ ਨਜ਼ਰ ਦੇ ਨਾਲ ਦਿੰਦਾ ਹੈ। ਦੇਣਾ ਹੀ ਉਹਦਾ ਕੰਮ ਹੈ। ਲੈਣੇ ਵਾਲੇ ਥੱਕ ਜਾਂਦੇ ਹਨ, ਪਰ ਉਹ ਦੇਣ ਵਾਲਾ ਕਦੇ ਥੱਕਦਾ ਵੀ ਨਹੀਂ। ਹੋਰਾਂ ਵੱਲ ਧਿਆਨ ਛੱਡ ਦੇ, ਇੱਕ ਪਰਮੇਸ਼ਰ ਨੂੰ ਜਪ, ਉਹਦੇ ਵਰਗਾ ਹੋਰ ਕੋਈ ਵੀ ਨਹੀਂ ਹੈ। ਨਾ ਕਦੇ ਸੀ ਅਤੇ ਨਾ ਕਦੇ ਹੋਵੇਗਾ।
ਤੈਨੂੰ ਆਪਣਾ ਯਕੀਨ ਸਥਾਪਿਤ ਕਰਨ ਦੀ ਲੋੜ ਹੈ। ਝੱਲਿਆ, ਕੱਚੇ ਪਿੱਲਿਆਂ ਦੇ ਮਗਰ ਨਾ ਲੱਗ। ਹੱਡ ਮਾਸ ਦੇ ਪੁਤਲਿਆਂ ਦੇ ਵਿੱਚੋਂ ਪਰਮਾਤਮਾ ਨਾ ਲੱਭ। ਉਹ ਨਿਰੰਕਾਰ ਹੈ, ਬਿਨਾਂ ਸਵਾਸਾਂ ਤੋਂ ਚੱਲਦਾ ਇੱਕ ਸਪਿਰਿਟ, ਜਿਹਨੂੰ ਤੂੰ ਹਰ ਥਾਂ ਉੱਤੇ ਮਹਿਸੂਸ ਕਰਦਾ ਹੈ। ਤੂੰ ਇਨਸਾਨ ਦੀ ਤਰ੍ਹਾਂ ਉਹਨੂੰ ਨਾ ਸਮਝ। ਇਨਸਾਨ ਤਾਂ ਉਹਦੀ ਖੇਡ ਹੈ, ਉਹਨੇ ਆਪਣੀ ਖੇਡ ਬਣਾਈ ਹੈ। ਹੋਰ ਕਿਸੇ ਤੇ ਟੇਕ ਵੀ ਨਾ ਰੱਖ, ਕਿਉਂਕਿ ਉਹਦੇ ਵਰਗਾ ਕੋਈ ਉਹਦੇ ਬਰਾਬਰ ਦਾ ਹੈ ਹੀ ਕੋਈ ਨਹੀਂ। ਤੇਰੀ ਜ਼ਿੰਮੇਵਾਰੀ ਬਣਦੀ ਹੈ ਵਾਅਦਾ ਨਿਭਾਉਣ ਦੀ। ਕਿਹਾ ਜਿਹੜਾ ਤੈਂ ਉਹਨੂੰ ਪੱਕਾ ਕਰਨ ਦੇ ਲਈ ਤੂੰ ਸਦਾ ਸਦਾ ਆਪਣੇ ਪਰਮੇਸ਼ਰ ਨੂੰ ਯਾਦ ਕਰ। ਦਿਨ ਰਾਤ ਉਹਨੂੰ ਜਪ, ਲਾਹਾ ਖੱਟ ਲੈ। ਇਹ ਜਨਮ ਦੁਰਲੱਭ ਹੈ, ਪਿਆਰਿਆ ਮੁੜ ਕੇ ਨਹੀਂ ਮਿਲਣਾ। ਉਹਨੇ ਜਿਹੜਾ ਕੁਝ ਵੀ ਕੀਤਾ ਉੱਚਾ ਕੀਤਾ, ਨਿਰਮਲ ਕੀਤਾ, ਠੰਡਕ ਦੇ ਨਾਲ, ਸਬਰ ਦੇ ਨਾਲ, ਸੰਤੋਖ ਦੇ ਨਾਲ। ਜਿਹੜਾ ਕੁਝ ਵੀ ਉਹਨੇ ਕਮਾਇਆ ਕੀਤਾ ਉਹ ਮਹਾਨ ਹੈ। ਸਭ ਤੋਂ ਵੱਡਾ ਜਿਹੜਾ ਉਹਨੇ ਤੇਰੇ ਉੱਤੇ ਕਾਰਿਆ ਕੀਤਾ ਉਹ ਮਿਹਰਬਾਨੀ ਦਾ ਕੀਤਾ। ਤੇਰੇ ਉੱਤੇ ਦਿਆਲੂ ਹੋਣਾ, ਕਿਰਪਾਲੂ ਹੋਣਾ, ਤੇ ਤੈਨੂੰ ਅਖੀਰ ਦੇ ਵਿੱਚ ਆਪਣਾ ਬਣਾ ਲੈਣਾ, ਆਪਣਾ ਨਾਂ ਦੇ ਦੇਣਾ, ਤੇ ਤੈਨੂੰ ਨਿਰਮਲ ਬਣਾ ਲਿਆ, ਪਵਿੱਤਰ ਬਣਾ ਲਿਆ। ਮਿਹਰ ਧਾਰ ਕੇ ਸੁਆਮੀ ਨੇ ਕਿਰਪਾ ਦਾ ਮੀਂਹ ਬਰਸਾ ਦਿੱਤਾ ਤੇਰੇ ਉੱਤੇ, ਤੇ ਤੈਨੂੰ ਆਪਣਾ ਰੂਪ ਹੀ ਬਣਾ ਲਿਆ। ਤੇਰੀਆਂ ਸਾਰੀਆਂ ਘਾਟਾਂ, ਤੇਰੀਆਂ ਸਾਰੀਆਂ ਤਕਲੀਫਾਂ ਛਿੰਨ ਦੇ ਵਿੱਚ ਦੂਰ ਕਰ ਦਿੱਤੀਆਂ। ਪਿਆਰਿਆ, ਹੁਣ ਤੂੰ ਉਹਦੇ ਚਰਨਾਂ ਦੇ ਵਿੱਚ ਆਪਣੇ ਮਨ ਨੂੰ ਟਿਕਾ ਲੈ। ਚੰਦਰੀ ਮੈਂ ਨੂੰ, ਮਾਇਆ ਨੂੰ ਸੰਭਾਲਦੇ ਜਿਹਨੇ ਤੈਨੂੰ ਦਿੱਤੀ ਸੀ। ਮਾਇਆ ਨੂੰ ਆਪਣਾ ਕੰਮ ਕਰੀ ਜਾਣ ਦੇ। ਤੈਂ ਕੀ ਲੈਣਾ? ਕਦੇ ਮੁਲਾਜ਼ਮਾਂ ਦੇ ਨਾਲ ਬਹੁਤੀ ਦੋਸਤੀ ਨਹੀਂ ਪਾਈ ਦੀ। ਜਦੋਂ ਸ੍ਰਿਸ਼ਟੀ ਦਾ ਮਾਲਕ ਹੀ ਤੇਰੇ ਉੱਤੇ ਮਿਹਰਬਾਨ ਹੋ ਗਿਆ, ਤੈਂ ਉਹਦੇ ਮੁਲਾਜ਼ਮਾਂ ਤੋਂ ਕੀ ਲੈਣਾ? ਭੋਲਿਆ, ਮਾਇਆ ਤਾਂ ਉਹਦੀ ਥਾਪੀ ਹੋਈ ਨੌਕਰਾਣੀ ਹੈ। ਉਹਦਾ ਕੰਮ ਮੈਂ ਨੂੰ ਵੇਚਣਾ ਹੈ, ਲੋਕਾਂ ਨੂੰ ਫਸਾਉਣ ਦਾ ਹੈ। ਤੇ ਦਾਤਾ ਤੈਨੂੰ ਛਡਾ ਕੇ ਲੈ ਗਿਆ, ਤੇਰਾ ਮਨ ਅਤੀ ਨਿਰਮਲ ਹੋ ਗਿਆ। ਗੁਰੂ ਪਿਆਰਿਓ, ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਹੈ, ਕਿਰਪਾ ਅਪਾਰ ਕੀਤੀ ਹੈ। ਅੱਜ ਇੰਨਾ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।